ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੋਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤੂੰ ਚਾਉ ਸਜਣ ਮੈਡਿਆ ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ਹੁ ਕੁਰਸਹੁ ਚਟੀਐ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12 ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ੋਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ। ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਆਪ ਗੁਰਸਿੱਖ ਮਾਈ ਭਾਈ ਹਾਜ਼ਰੀਆਂ ਭਰ ਰਹੇ ਹੋ, ਉੱਥੇ ਬੜੇ ਪਿਆਰ ਦੇ ਨਾਲ ਆਪ ਸੰਗਤਾਂ ਨੇ ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਮਹਾਰਾਜ ਸਾਹਿਬ ਜੀਆਂ ਦੇ ਬੋਲ ਹਨ,
ਕਲ ਜੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਿਹੜੇ ਗੁਰੂ ਕੇ ਪਿਆਰੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਨੇ, ਉਹਨਾਂ 'ਤੇ ਮਹਾਰਾਜ ਸਾਹਿਬ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੁੰਦੀ ਹੈ। ਭਾਵੇਂ ਆਪਾਂ ਸਮੂਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਰਾਤਰੀ ਨੂੰ ਮਹਾਂਪੁਰਖਾਂ ਦੇ ਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਸਨ। ਨਵੇਂ ਸਾਲ ਦੇ ਸੰਬੰਧ ਅੰਦਰ ਜਿਨ੍ਹਾਂ ਦੇ ਭੋਗ ਕੱਲ੍ਹ ਰਾਤ ਨੂੰ ਪਾਏ ਗਏ, ਨਵੇਂ ਸਾਲ ਦੇ ਸੰਬੰਧ ਦੇ ਅੰਦਰ ਸਮਾਗਮ ਸੱਜੇ। ਭੋਗਾਂ ਤੋਂ ਉਪਰੰਤ ਰਾਗੀ ਸਾਹਿਬਾਨਾਂ ਨੇ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਦੇ ਨਾਲ ਨਿਹਾਲ ਕੀਤਾ। ਕਥਾ ਵਿਚਾਰ ਹੋਈ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਨਵਾਂ ਸਾਲ ਕਦੋਂ ਚੜ੍ਹਦਾ ਹੈ। ਅੰਗਰੇਜ਼ੀ ਮਹੀਨਾ ਜਦੋਂ ਜਨਵਰੀ ਚੜ੍ਹਦਾ ਹੈ, ਅਸੀਂ ਵਟਸਐਪਾਂ 'ਤੇ ਫੇਸਬੁੱਕਾਂ 'ਤੇ ਵਧਾਈਆਂ ਦਿੰਦੇ ਹਾਂ। ਸਾਡੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਕਿ ਸਿੱਖਾਂ ਦਾ ਨਵਾਂ ਸਾਲ ਕਦੋਂ ਚੜ੍ਹਦਾ ਹੈ। ਸੋ ਸਤਿਗੁਰੂ ਦੀ ਬੜੀ ਮਹਾਨ ਬਖਸ਼ਿਸ਼ ਕਿਰਪਾ ਹੋਈ। ਰਾਤ ਗੁਰੂ ਕੀਆਂ ਸੰਗਤਾਂ ਨੇ ਜਿੱਥੇ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਮਹਾਨ ਗੁਰਮੁਖ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰੀਆਂ, ਉੱਥੇ ਆਪ ਸੰਗਤਾਂ ਹੁਣ ਸੰਗਰਾਂਦ ਦੇ ਦਿਹਾੜੇ 'ਤੇ ਹਾਜ਼ਰੀਆਂ ਭਰ ਰਹੇ ਹੋ। ਕਿਉਂਕਿ ਸਿੱਖਾਂ ਦੇ ਨਵੇਂ ਸਾਲ ਦੀ ਆਰੰਭਤਾ, ਆਗਾਜ਼ ਜਿਹੜਾ ਹੈ, ਉਹ ਦੇਸੀ ਮਹੀਨਾ ਜਿਹੜਾ ਹੈ ਉਹ ਚੇਤ ਦਾ ਹੈ। ਜਦੋਂ ਚੇਤ ਦਾ ਮਹੀਨਾ ਆਰੰਭ ਹੁੰਦਾ ਹੈ, ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਦਾਸ ਫਿਰ ਵੀ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ। ਸੋ ਸਤਿਗੁਰੂ ਗਰੀਬ ਨਵਾਜ਼ ਜੀ ਕਿਰਪਾ ਕਰਦੇ ਨੇ। ਭਾਈ, ਕਲਯੁਗ ਦਾ ਸਮਾਂ ਹੈ। ਕਲਯੁਗ ਦੇ ਸਮੇਂ ਦੇ ਅੰਦਰ ਤੂੰ ਪਰਮਾਤਮਾ ਦੀ ਬਾਣੀ ਨੂੰ ਸੁਣ, ਕਥਾ ਨੂੰ ਸੁਣ, ਕੀਰਤਨ ਨੂੰ ਸੁਣ, ਫਿਰ ਤੇਰਾ ਜੀਵਨ ਜਿਹੜਾ ਹੈ ਸਫਲ ਹੋ ਜਾਵੇਗਾ। ਭਾਈ ਗੁਰਦਾਸ ਨੂੰ ਪੜ੍ਹੀਏ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ, ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚਲੈ ਨਾ ਕਾਈ, ਬਿਨਾ ਭਜਨ ਭਗਵਾਨ ਕੇ ਪਾਓ, ਭਗਤ ਬਿਨ ਠੌਰ ਨਾ ਠਾਈ। ਲਹੇ ਕਮਾਣਾ ਏਤ ਜੁਗ, ਪਿਛਲੀ ਜੁਗੀ ਕਰੀ ਕਮਾਈ, ਪਾਇਆ ਮਾਨਸ ਦੇਹ ਕੋ, ਐਥੋਂ ਚੁਕਿਆ ਠੌਰ ਨਾ ਠਾਈ। ਕਲਯੁਗ ਕੀ ਉਪਕਾਰ ਸੁਣ, ਜੈਸੇ ਵੇਦ ਅਥਰਬਨ ਗਾਈ, ਕਰਕੈ ਨੀਚ ਸਦਾਵਨਾ, ਤਾਂ ਪ੍ਰਭ ਲਿਖੈ ਅੰਦਰ ਆਈ, ਕਲਯੁਗ ਨਾਵੈ ਕੀ ਵਡਿਆਈ। ਫਿਰ ਮਹਾਰਾਜ ਸਾਹਿਬ ਕਹਿੰਦੇ, ਅਬ ਕਲੂ ਆਇਓ ਰੇ, ਇਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ, ਮਤ ਪਰਮ ਭੁੱਲਹੁ ਭੁੱਲਹੁ, ਮਨ ਰੁੱਤ ਨਾਮ ਰੇ। ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਹਾਰਾਜ ਕਹਿੰਦੇ ਹੁਣ ਵੱਤਰ ਦਾ ਸਮਾਂ ਹੈ। ਆਪਣੇ ਹਿਰਦੇ ਰੂਪੀ ਖੇਤੀ ਦੇ ਅੰਦਰ ਨਾਮ ਦਾ ਬੀਜ ਬੀਜ। ਭਾਈ ਗੁਰਦਾਸ ਨੇ ਜ਼ਿਕਰ ਕਰ ਦਿੱਤਾ ਹੈ ਕਿ ਕਲਯੁਗ ਦਾ ਸਮਾਂ ਹੈ। ਪਹਿਲਿਆਂ ਸਮਿਆਂ ਦੇ ਅੰਦਰ ਬੜੇ ਲੋਕ ਜਪ ਕਰਿਆ ਕਰਦੇ ਸਨ, ਤਪ ਕਰਿਆ ਕਰਦੇ ਸਨ, ਯੱਗ ਕਰਿਆ ਰੱਖਿਆ ਕਰਦੇ ਸਨ, ਯੱਗ ਕਰਿਆ ਕਰਦੇ ਸਨ, ਵਰਤ ਰੱਖਿਆ ਕਰਦੇ ਸਨ। ਪਰ ਕਲਯੁਗ ਦੇ ਅੰਦਰ ਇਹਨਾਂ ਚੀਜ਼ਾਂ ਦੀ ਕੋਈ ਮਹਾਨਤਾ ਨਹੀਂ। ਜੇ ਮਹਾਨਤਾ ਹੈ, ਵਿਸ਼ੇਸ਼ਤਾਈ ਹੈ, ਉਹ ਹੈ ਨਾਮ। ਭਾਈ ਗੁਰਦਾਸ ਨੂੰ ਕਿਸੇ ਨੇ ਬੇਨਤੀ ਕੀਤੀ ਕਿ ਆਪ ਜੀ ਕਹਿੰਦੇ ਹੋ ਨਾਮ ਜਪਣਾ ਚਾਹੀਦਾ ਹੈ। ਸੰਸਾਰ 'ਤੇ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਕੋਲ ਰਾਜ ਭਾਗ ਦੀ ਪ੍ਰਾਪਤੀ ਹੈ, ਨਾ ਕੋਈ ਉਹਨਾਂ ਦੀ ਸੇਵਾ, ਨਾ ਕੋਈ ਉਹਨਾਂ ਦੀ ਸਾਧਨਾ।
ਭਾਈ ਗੁਰਦਾਸ ਕਹਿੰਦੇ ਉਹਨਾਂ ਨੇ ਪਿਛਲੇ ਯੁੱਗ ਦੇ ਅੰਦਰ ਸਾਧਨਾ ਕੀਤੀ ਹੈ। ਉਹ ਸਾਧਨਾ ਕਰਕੇ ਉਹਨਾਂ ਨੂੰ ਰਾਜ ਦੀ ਪ੍ਰਾਪਤੀ ਹੈ, ਸੁੱਖਾਂ ਦੀ ਪ੍ਰਾਪਤੀ ਹੈ। ਇੱਥੋਂ ਚੁੱਕਿਆ ਠੌਰ ਨਾ ਠਾਈ। ਜਦੋਂ ਸੰਸਾਰ ਤੋਂ ਜਾਵੇਗਾ ਉਹਨੂੰ ਕਿਤੇ ਜਗ੍ਹਾ ਨਹੀਂ ਮਿਲੇਗੀ। ਪਾਇਆ ਮਾਨਸ ਦੇਹ ਕੋ, ਇੱਥੋਂ ਚੁੱਕਿਆ ਠੌਰ ਨਾ ਠਾਈ। ਕਲਯੁਗ ਕੇ ਉਪਕਾਰ ਸੁਣ ਜੈਸੇ ਵੇਦ ਅਥਰਬਨ ਗਾਈ। ਕਲਯੁਗ ਦੇ ਬਾਰੇ ਜਿਹੜਾ ਅਥਰਬਨ ਵੇਦ ਹੈ ਉਹਦੇ ਵਿੱਚ ਵੀ ਜ਼ਿਕਰ ਆਇਆ ਹੈ। ਭਾਈ ਗੁਰਦਾਸ ਨੂੰ ਫਿਰ ਗੁਰੂ ਕੇ ਸਿੱਖਾਂ ਨੇ ਅਰਜ਼ ਕੀਤੀ, ਬੇਨਤੀ ਕੀਤੀ ਹੈ, ਆਪ ਜੀ ਇਹ ਦੱਸੋ ਕਿ ਸੰਸਾਰ ਦੇ ਵਿੱਚ ਬੜੀ ਸੰਗਤ ਜਿਹੜੀ ਹੈ ਸੇਵਾ ਕਰਦੀ ਨਜ਼ਰ ਆਉਂਦੀ ਹੈ, ਬਾਣੀ ਪੜ੍ਹਦੀ ਨਜ਼ਰ ਆਉਂਦੀ ਹੈ। ਕਿਹਨਾਂ ਦੀ ਪੜ੍ਹੀ ਹੋਈ ਬਾਣੀ ਪਰਮਾਤਮਾ ਦੇ ਘਰ ਵਿੱਚ ਕਬੂਲ ਹੁੰਦੀ ਹੈ, ਪ੍ਰਵਾਨ ਹੁੰਦੀ ਹੈ। ਕਿਹਨਾਂ ਦੀ ਸੇਵਾ ਜਿਹੜੀ ਹੈ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੁੰਦੀ ਹੈ। ਭਾਈ ਗੁਰਦਾਸ ਨੇ ਕਮਾਲ ਦੀ ਗੱਲ ਕਹੀ, ਕਰਕੇ ਨੀਚ ਸਦਾਵਨਾ ਤਾਂ ਪ੍ਰਭ ਲੇਖੈ ਅੰਦਰ ਆਈ। ਕਲਯੁਗ ਨਾਵੇ ਕੀ ਵਡਿਆਈ। ਜਿਹੜੇ ਗੁਰੂ ਕੇ ਪਿਆਰੇ ਨਾਮ ਜਪ ਕੇ ਸੇਵਾ ਕਰਕੇ ਬੰਦਗੀ ਕਰਕੇ ਆਪਣੇ ਆਪ ਨੂੰ ਮਨ ਨੂੰ ਨੀਵਾਂ ਰੱਖਦੇ ਨੇ, ਐਸੇ ਗੁਰੂ ਕੇ ਪਿਆਰਿਆਂ ਦੀ ਜਿਹੜੀ ਸਾਧਨਾ ਹੈ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੀ ਹੈ। ਤਾਈਓ ਫਿਰ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਵੀ ਕਰਦੇ ਨੇ, ਸਿਮਰਨ ਵੀ ਕਰਦੇ ਨੇ, ਪਰ ਹਿਰਦੇ ਦੇ ਵਿੱਚ ਕੋਈ ਵੀ ਫੁਰਨਾ ਨਹੀਂ। ਬਸ ਇੱਕ ਹੀ ਭਾਵਨਾ ਹੈ ਕਿ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਨੀ ਹੈ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀਆਂ ਦੇ ਬੋਲ ਹਨ, ਆਪਸ ਕੋ ਜੋ ਜਾਣੈ ਨੀਚਾ ਸੋਈ ਗਨੀਐ ਸਭ ਤੇ ਉੱਚਾ। ਗੁਰੂ ਕੇ ਸਿੱਖਾਂ ਦਾ ਜੀਵਨ ਪੜ੍ਹੀਏ, ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹੀਏ, ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਬਾਣੀ ਨੂੰ ਮੰਨਿਆ, ਬਾਣੀ ਨੂੰ ਪੜ੍ਹਿਆ। ਉਹਨਾਂ ਦਾ ਜੀਵਨ ਜਿਹੜਾ ਹੈ ਸੰਸਾਰ ਦੇ ਅੰਦਰ ਇੱਕ ਵੱਖਰਾ ਦ੍ਰਿਸ਼ ਹੈ। ਉਹਨਾਂ ਦੇ ਜੀਵਨ ਨੂੰ ਪੜਾਂਗੇ ਤੇ ਜੀਵਨ ਦੇ ਅੰਦਰ ਤਬਦੀਲੀ ਆ ਜਾਵੇਗੀ। ਨਾਸਤਿਕ ਬੰਦਾ ਵੀ ਭਗਤ ਦਾ ਜੀਵਨ ਪੜ੍ਹੇ, ਗੁਰੂ ਕੇ ਸਿੱਖ ਦਾ ਜੀਵਨ ਪੜ੍ਹੇ, ਤੇ ਜੀਵਨ ਨੂੰ ਪੜ੍ਹਦਿਆਂ ਪੜ੍ਹਦਿਆਂ ਨਾਸਤਿਕ ਬੰਦਾ ਵੀ ਆਸਤਿਕ ਬਣ ਜਾਂਦਾ ਹੈ, ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਸੰਤ ਬਾਬਾ ਜਰਨੈਲ ਸਿੰਘ ਜਿੱਥੇ ਉਹ ਮਹਾਨ ਸੂਰਮੇ ਨੇ, ਮਹਾਨ ਯੋਧੇ ਨੇ, ਮਹਾਨ ਗੁਰਸਿੱਖ ਨੇ, ਕਹਿਣੀ ਤੇ ਕਰਨੀ ਦੇ ਪੂਰੇ ਨੇ, ਐਸੇ ਮਹਾਂਪੁਰਖਾਂ ਦੀਆਂ ਸਪੀਚਾਂ ਨੂੰ ਸੁਣ ਕੇ, ਉਹਨਾਂ ਦੇ ਜੀਵਨ ਦੇ ਇਤਿਹਾਸ ਨੂੰ ਪੜ੍ਹ ਕੇ ਬੇਅੰਤ ਨੌਜਵਾਨਾਂ ਨੇ ਅੰਮ੍ਰਿਤਪਾਨ ਕੀਤਾ। ਕਾਰਨ ਕੀ ਹੈ? ਕਿਉਂਕਿ ਉਹਨਾਂ ਨੇ ਪਹਿਲਾਂ ਬਾਣੀ ਨੂੰ ਸੁਣਿਆ, ਬਾਣੀ ਨੂੰ ਮੰਨਿਆ, ਮੰਨ ਕੇ ਕਮਾਈ ਕੀਤੀ। ਇਸ ਕਰਕੇ ਭਾਈ ਗੁਰਦਾਸ ਨੇ ਵੀ ਕਿਹਾ ਕਿ ਭਾਈ ਕਰਕੇ ਨੀਚ ਸਦਾਵਨਾ ਤਾ ਪ੍ਰਭ ਲਿਖੈ ਅੰਦਰ ਆਈ। ਕਲਯੁਗ ਨਾਵੇ ਕੀ ਵਡਿਆਈ। ਕਲਯੁਗ ਦਾ ਸਮਾਂ ਹੈ। ਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਵਾਰ-ਵਾਰ ਇਹ ਕਿਹਾ ਹੈ ਕਿ ਭਾਈ ਨਾਮ ਨੂੰ ਜਪਣਾ ਪਵੇਗਾ, ਉਸ ਵਾਹਿਗੁਰੂ ਦੀ ਸਾਧਨਾ ਕਰਨੀ ਹੀ ਪਵੇਗੀ, ਤਾਂ ਹੀ ਤੇਰਾ ਸੰਸਾਰ ਤੇ ਆਉਣਾ ਸਫਲ ਹੋਵੇਗਾ। ਫਿਰ ਦੂਸਰੇ ਪਾਸੇ ਮਹਾਰਾਜ ਸਾਹਿਬ ਕਹਿੰਦੇ ਨੇ ਅਬ ਕਲੂ ਆਇਓ ਰੇ। ਅਬ ਕਹਿੰਦੇ ਨੇ ਹੁਣ, ਕਹਿੰਦੇ ਕਲਯੁਗ ਦਾ ਸਮਾਂ ਆ ਚੁੱਕਿਆ ਹੈ। ਇੱਕ ਨਾਮ ਬੋਵਹੁ ਬੋਵਹੁ ਅਨਰੂਤ ਨਾਹੀ। ਅਨ ਕਹਿੰਦੇ ਹੋਰ ਰੁੱਤ ਨਾਮ ਰੁੱਤ ਦਾ ਹੈ। ਮਹਾਰਾਜ ਸਾਹਿਬ ਕਹਿੰਦੇ ਹੁਣ ਹੋਰ ਕੋਈ ਰੁੱਤ ਨਹੀਂ ਹੈ। ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਨਾਮ ਦਾ ਬੀਜ ਬੀਜ, ਮਨ ਰੁੱਤ ਨਾਮ ਰੇ। ਮਹਾਰਾਜ ਕਹਿੰਦੇ ਜੇ ਨਾਮ ਦਾ ਬੀਜ ਬੀਜੇਗਾ ਤੇ ਤੈਨੂੰ ਫਲ ਵੀ ਫਿਰ ਨਾਮ ਦਾ ਲੱਗੇਗਾ, ਤੇਰਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਜਿਸ ਨੂੰ ਮਹਾਰਾਜ ਕਹਿੰਦੇ ਨੇ ਸਫਲ 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 ਪਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਜਿਸ ਗੁਰੂ ਕੇ ਪਿਆਰੇ ਨੂੰ ਪੂਰਨ ਮਹਾਪੁਰਸ਼, ਪੂਰਨ ਗੁਰੂ ਕਾ ਸਿੱਖ ਨਾਮ ਜਪਣ ਵਾਲਾ ਮਿਲ ਜਾਵੇ ਨਾ,
ਉਹਨਾਂ ਦੀ ਸੰਸਾਰ ਦੀ ਯਾਤਰਾ ਸਫਲ ਹੋ ਜਾਂਦੀ ਹੈ। ਜਾਂ ਪੂਰਾ ਗੁਰੂ ਮਿਲ ਜਾਵੇ, ਪੂਰਿਆਂ ਗੁਰਾਂ ਦੇ ਚਰਨਾਂ ਦੀ ਟੇਕ ਮਿਲ ਜਾਵੇ, ਫਿਰ ਜੀਵ ਦਾ ਜਿਹੜਾ ਸੰਸਾਰ ਦੀ ਯਾਤਰਾ ਹੈ ਸਫਲ ਹੋ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖੀ, ਨਾਮ ਨੂੰ ਕਦੀ ਭੁਲਾਵੀਂ ਨਾ, ਨਿਤ ਨਿਤ ਦਈਏ ਸੰਭਾਲੀਏ, ਮੂਲ ਨਾ ਮਨਹੁ ਵਿਸਾਰੀਏ। ਦਈਏ ਨਾਮ ਪਰਮੇਸ਼ਰ ਦਾ ਹੈ, ਪ੍ਰੇਰਕ ਪਰਮੇਸ਼ਰ ਦਾ। ਨਿਤ ਨਾਮ ਲਗਾਤਾਰ ਕੰਟੀਨਿਊਜ਼, ਮੂਲ ਨਾਮ ਮੁੱਢ ਤੋਂ ਵੀ ਕਦਾਚਿਤ ਵੀ ਉਹਦੇ ਨਾਮ ਨੂੰ ਵਿਸਾਰੀ ਨਾ। ਫਿਰ ਮਹਾਰਾਜ ਸਾਹਿਬ ਕਹਿੰਦੇ, ਪੈ ਭੰਜਨ ਕੀ ਸਰਨਾਇਆ, ਲਾਏ ਅੰਚਲ ਨਾਨਕ ਤਾਰਿਅਨ, ਜਿੱਤਾ ਜਨਮ ਅਪਾਰ ਜੀਓ। ਜਿਸ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਉਣ ਕਰਕੇ, ਨਾਮ ਨੂੰ ਜਪਣ ਕਰਕੇ ਸਾਰੇ ਜਿਹੜੇ ਡਰ ਨੇ ਖਤਮ ਹੋ ਜਾਂਦੇ ਨੇ, ਪੈ ਭੀਤ ਹੋ ਜਾਂਦੇ ਨੇ। ਲਾਏ ਅੰਚਲ ਨਾਨਕ ਤਾਰਿਅਨ, ਅੰਚਲ ਕਹਿੰਦੇ ਨੇ ਪੱਲੇ ਨੂੰ। ਫਿਰ ਮਹਾਰਾਜ ਸਾਹਿਬ ਜੀ ਆਪਣੇ ਨਾਮ ਰੂਪੀ ਪੱਲੇ ਦੇ ਨਾਲ, ਸ਼ਰਨ ਰੂਪੀ ਪੱਲੇ ਦੇ ਨਾਲ ਲਾ ਕਰਕੇ, ਜਿੱਤਾ ਜਨਮ ਅਪਾਰ ਜੀਓ। ਅਪਾਰ ਜਿਹੜਾ ਬਹੁਤ ਵੱਡਾ, ਇਹ ਮਨੁੱਖਾ ਸਰੀਰ ਮਿਲਿਆ ਸੀ, ਗੁਰੂ ਦੀ ਕਿਰਪਾ ਦੇ ਨਾਲ ਫਿਰ ਮਨੁੱਖ ਜਿੱਤ ਲੈਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਜਪਜੀ ਸਾਹਿਬ, ਤੇ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਮਨ ਨੂੰ ਜਿੱਤਦੇ ਨੇ ਉਹ ਸੰਸਾਰ ਨੂੰ ਜਿੱਤ ਲੈਂਦੇ ਨੇ, ਤੇ ਜਿਹੜੇ ਮਨ ਨੂੰ ਜਿੱਤਦੇ ਨੇ ਉਹਨਾਂ ਨੂੰ ਇੱਥੇ ਵੀ ਨਮਸਕਾਰਾਂ ਨੇ, ਪਰਮਾਤਮਾ ਦੇ ਘਰ ਅੰਦਰ ਵੀ ਨਮਸਕਾਰਾਂ ਨੇ। ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਪਰ ਮਹਾਰਾਜ ਸਾਹਿਬ ਕਹਿੰਦੇ ਮਨ ਤਾਂ ਹੀ ਜਿੱਤਿਆ ਜਾਵੇਗਾ ਜਦੋਂ ਇਹ ਨਾਮ ਨੂੰ ਜਪੇਗਾ, ਗੁਰੂ ਦੀ ਵਡਿਆਈ ਕਰੇਗਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਵੇਂ ਸਾਡੇ ਤੇ ਕਿਰਪਾ ਕਰ ਰਹੇ ਨੇ। ਆਓ ਚੇਤ ਦੇ ਮਹੀਨੇ ਦੀ ਕਥਾ ਵਿਚਾਰ ਸਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12 ਮਾਹ ਮਾਝ ਮਹੱਲਾ ਪੰਜਵਾ। ਘਰ ਚੌਥਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। 12 ਮਾਹ ਇਹ ਬਾਣੀ ਦਾ ਨਾਮ ਹੈ, ਜਿਸ ਦੇ ਅੰਦਰ 12 ਹੀ ਮਹੀਨਿਆਂ ਦਾ ਗਰੀਬ ਨਵਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਾਂਝ ਇਹ ਰਾਗ ਦਾ ਨਾਮ ਹੈ। ਮਹੱਲਾ ਪੰਜਵਾ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ। ਚੌਥੇ ਘਰ ਦੇ ਅੰਦਰ, ਚੌਥੇ ਸੁਰਤਾਲ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਇੱਕ ਪੰਡਤ ਆਉਂਦਾ ਹੈ, ਬਹੁਤ ਵਿਦਵਾਨ ਹੈ। ਕਹਿਣ ਲੱਗਾ, ਮਹਾਰਾਜ ਮੇਰੀ ਜੀਭਾ ਤੇ ਮੇਰੀ ਰਸਨਾ ਤੇ ਰਸ ਨਾ ਹੋਣ ਕਰਕੇ ਮੇਰੇ ਪਾਸੋਂ ਕੋਈ ਕਥਾ ਵਾਰਤਾ ਨਹੀਂ ਸੁਣਦਾ ਹੈ। ਬਹੁਤ ਗਰੀਬ ਹਾਂ, ਆਪ ਜੀ ਕਿਰਪਾ ਕਰੋ। ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਮਹੀਨੇ ਦੇ ਵਾਲੇ ਦਿਨ ਕਥਾ ਵਿਚਾਰ ਕਰਿਆ ਕਰਾਂ। ਗੁਰੂ ਅਰਜਨ ਸਾਹਿਬ ਮਹਾਰਾਜ ਹੁਕਮ ਕਰ ਦਿੰਦੇ ਨੇ। ਮਹੀਨੇ ਵਾਲੇ ਦਿਨ ਪੰਡਤ ਜਿਹੜਾ ਹੈ ਕਥਾ ਕਰਦਾ ਹੈ। ਕੁਝ ਸਮੇਂ ਬਾਅਦ ਬਹੁਤ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਅਮੀਰ ਹੋ ਜਾਂਦਾ ਹੈ। ਜਿਸ ਦਿਨ ਚੇਤ ਦੀ ਸੰਗਰਾਂਦ ਦਾ ਦਿਹਾੜਾ ਆਉਂਦਾ ਹੈ, ਕਥਾ ਵਿਚਾਰ ਕਰਨ ਵਾਸਤੇ ਨਹੀਂ ਆਉਂਦਾ ਹੈ। ਗੁਰੂ ਕਾ ਸਿੱਖ ਜਾਂਦਾ ਹੈ ਕਿ ਆਪ ਜੀ ਆਓ, ਸੰਗਤ ਉਡੀਕ ਕਰ ਰਹੀ ਹੈ। ਹੰਕਾਰ ਵਿੱਚ ਕਹਿੰਦਾ ਹੈ ਕਿ ਆਪ ਜੀ ਗੁਰੂ ਅਰਜਨ ਸਾਹਿਬ ਨੂੰ ਗੁਰੂ ਮੰਨਦੇ ਹੋ, ਕਥਾ ਮੈਂ ਕਰਾਂ। ਗੁਰੂ ਕਾ ਸਿੱਖ ਵਾਪਸ ਆਉਂਦਾ ਹੈ, ਸੰਗਤ ਨੂੰ ਬੇਨਤੀ ਕਰਦਾ ਹੈ। ਸਾਰੀ ਸੰਗਤ ਇਕੱਠੀ ਹੋ ਕੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਆਪ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰੋ ਕਿ ਕੋਈ 12 ਮਾਹ ਦੀ ਬਾਣੀ ਇਸ ਤਰ੍ਹਾਂ ਉਚਾਰਨ ਜਿਸ ਨੂੰ ਪੜ੍ਹ ਕਰਕੇ ਹੀ ਅਰਥਾਂ ਦੀ ਸਮਝ ਪੈ ਜਾਵੇ। ਗੁਰੂ ਕੀ ਸੰਗਤ ਨਾਲ ਹੈ। ਬਾਬਾ ਬੁੱਢਾ ਸਾਹਿਬ ਜੀ ਗਲ ਦੇ ਵਿੱਚ ਪੱਲਾ ਪਾਇਆ ਹੋਇਆ ਹੈ।
ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਕੀ ਗੱਲ ਹੈ? ਕਹਿਣ ਲੱਗੇ, ਮਹਾਰਾਜ ਆਪ ਜੀ ਅੰਤਰਜਾਮੀ ਹੋ। ਪੰਡਤ ਵੱਲੋਂ ਜਵਾਬ ਆ ਚੁੱਕਾ ਹੈ। ਆਪ ਜੀ 12 ਮਾਹ ਦੀ ਬਾਣੀ ਉਚਾਰੋ। ਜਿਸ ਬਾਣੀ ਨੂੰ ਪੜ੍ਹਨ ਕਰਕੇ ਅਰਥਾਂ ਦੀ ਸਮਝ ਪੈ ਜਾਵੇ, 12 ਮਹੀਨੇ ਜਿਹੜੇ ਨੇ ਸਫਲ ਹੋ ਜਾਣ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਜੀ 12 ਮਾਹ ਦੀ ਬਾਣੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤੀ ਹੈ। ਤੂੰ ਸੁਨ ਕਿਰਤ ਕਰਮਾ ਪ੍ਰਭੂ ਕਮਾਇਆ। ਇਹ ਤੁਖਾਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 12 ਮਾਹ ਦੀ ਬਾਣੀ ਉਚਾਰੀ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਉਸ ਬਾਣੀ ਦੇ ਜਿਹੜੇ ਅਰਥ ਨੇ ਬਹੁਤ ਡੂੰਘੇ ਨੇ। ਜਿੱਥੇ ਆਪ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰੀ, ਬਹੁਤ ਸੁਖੈਨ ਬਾਣੀ, ਜਿਸ ਬਾਣੀ ਨੂੰ ਪੜ੍ਹਨ ਕਰਕੇ ਮਨੁੱਖ ਦੇ 24,000 ਜਿਹੜੇ ਸਵਾਸ ਨੇ ਰਾਤ ਤੇ ਦਿਨ ਦੇ ਸਫਲ ਹੁੰਦੇ ਨੇ। ਐਸੀ ਮਹਾਰਾਜ ਆਪ ਜੀ 12 ਮਾਹ ਦੀ ਬਾਣੀ ਉਚਾਰਨ ਕਰੋ। ਬਾਬਾ ਬੁੱਢਾ ਸਾਹਿਬ ਦੀ ਗੁਰੂ ਕੀ ਸੰਗਤ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਾਹ ਦੀ ਬਾਣੀ ਜਿਹੜੀ ਹੈ ਉਚਾਰਨ ਕੀਤੀ ਹੈ। ਪਹਿਲੀ ਜਿਹੜੀ ਪੌੜੀ ਹੈ ਮੰਗਲ ਰੂਪ ਦੇ ਅੰਦਰ ਹੈ, ਤੇ ਪਹਿਲੀ ਪੌੜੀ ਦੇ ਅੰਦਰ ਮੰਗਲ ਦੇ ਅੰਦਰ ਮਹਾਰਾਜ ਜੀ ਨੇ ਦਰਸਾਇਆ ਹੈ ਕਿ ਜਿਹੜਾ ਪ੍ਰਾਣੀ ਹੈ, ਜੀਵ ਹੈ, ਆਪਣੇ ਕੀਤੇ ਹੋਏ ਕਰਮਾਂ ਕਰਕੇ ਉਸ ਵਾਹਿਗੁਰੂ ਜੀ ਤੋਂ ਵਿਛੜਿਆ ਹੋਇਆ ਹੈ। ਅਖੀਰਲੀ ਪੌੜੀ ਦੇ ਅੰਦਰ ਮਹਾਰਾਜ ਜੀ ਨੇ ਦੱਸਿਆ ਹੈ ਕਿ ਜਿਨ੍ਹਾਂ ਨੇ ਨਾਮ ਧਿਆਇਆ ਹੈ, ਉਹਨਾਂ ਗੁਰੂ ਕੇ ਸਿੱਖਾਂ ਦੇ ਸਾਰੇ ਜਿਹੜੇ ਕੰਮ ਨੇ ਪਰਮਾਤਮਾ ਨੇ ਪੂਰੇ ਕਰ ਦਿੱਤੇ ਨੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਪਰਮਾਤਮਾ ਇੱਕ ਹੈ, ਸਾਰੇ ਪਾਸੇ ਰਮੇ ਹੋਏ ਨੇ। ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਹੈ ਸੋਠ ਰਾਗਨੀ ਦੇ ਅੰਦਰ, ਤੇ ਮਹਾਰਾਜ ਸਾਹਿਬ ਕਹਿੰਦੇ, ਗੁਰ ਕਿਰਪਾ ਜਿਹ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਭਾਈ ਜਿੱਥੇ ਗੁਰੂ ਕਿਰਪਾ ਕਰਦਾ ਹੈ, ਗੁਰੂ ਮਿਹਰ ਕਰਦਾ ਹੈ, ਜਿਵੇਂ ਪਾਣੀ ਦਾ ਸੁਭਾਅ ਹੈ, ਜਦੋਂ ਪਾਣੀ ਨਾਲਿਆਂ ਦਾ, ਨਦੀਆਂ ਦਾ, ਸਮੁੰਦਰ ਵਿੱਚ ਜਾਂਦਾ ਹੈ, ਕਰੂਪ ਹੋ ਜਾਂਦਾ ਹੈ। ਤਿਵੇਂ ਜਿਸ ਪ੍ਰਾਣੀ ਤੇ ਗੁਰੂ ਕਿਰਪਾ ਕਰਦਾ ਹੈ, ਇੰਨੀ ਬਖਸ਼ਿਸ਼ ਹੋ ਜਾਂਦੀ ਹੈ ਕਿ ਉਹ ਪ੍ਰਾਣੀ ਗੁਰੂ ਦਾ ਹੀ ਰੂਪ ਹੋ ਜਾਂਦਾ ਹੈ। ਕਬੀਰ ਸਾਹਿਬ ਦੀ ਬਾਣੀ ਪੜ੍ਹੀਏ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਕੋਈ ਪਛਾਣ ਨਹੀਂ ਸਕਦੇ ਕਿ ਇਹ ਭਗਤ ਕਬੀਰ ਸਾਹਿਬ ਜੀ ਨੇ ਜਾਂ ਫਿਰ ਪਰਮਾਤਮਾ ਜੀ ਨੇ। ਕਾਰਨ ਕੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਤੇ ਭਾਈ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਇੱਕ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇੱਕ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਰਤ ਕਰਮ ਕੇ ਵਿਛੋੜੇ, ਕਰ ਕਿਰਪਾ ਮੇਲੋ ਰਾਮ। ਜਗਿਆਸੂ ਬੇਨਤੀ ਕਰਦਾ ਹੈ, ਮਹਾਰਾਜ ਕਿਰਤ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਆਪ ਜੀ ਤੋਂ ਵਿਛੜ ਗਏ ਹਾਂ। ਸਾਡੇ ਕਰਮ ਕਿਹੋ ਜਿਹੇ ਨੇ? ਜਿਹੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਕ ਨਾ ਕੀਨੂ ਮੈਂ ਫੇਰਾ। ਜਿਸ ਮਹਾਰਾਜ ਘਰ ਦੇ ਅੰਦਰ, ਜਿਸ ਜਗ੍ਹਾ ਤੇ ਆਪ ਜੀ ਦੀ ਰੱਬੀ ਬਾਣੀ ਦੀ ਕਥਾ ਹੁੰਦੀ ਹੋਵੇ, ਕੀਰਤਨ ਹੁੰਦਾ ਹੋਵੇ, ਮੈਂ ਉੱਥੇ ਥੋੜਾ ਸਮਾਂ ਵੀ ਨਹੀਂ ਗਿਆ। ਫਿਰ ਮਹਾਰਾਜ ਸਾਹਿਬ ਅਸੀਂ ਤੇ ਔਗਣਾਂ ਦੇ ਨਾਲ, ਗੁਨਾਹਾਂ ਦੇ ਨਾਲ ਭਰੇ ਪਏ ਹਾਂ। ਕਿਰਤ ਕਰਮ ਕੇ ਵਿਛੜੇ, ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਲੇਖੈ ਕਤੈ ਨਾ ਛੁਟੀਐ, ਖਿਨ ਖਿਨ ਭੁੱਲਨ ਹਾਰ,
ਮਹਾਰਾਜ ਜੇ ਸਾਡੇ ਹਿਸਾਬ ਕਰੋਗੇ, ਲੇਖਾ ਕਰੋਗੇ, ਅਸੀਂ ਛੁੱਟਣ ਵਾਲੇ ਨਹੀਂ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਕਿਰਪਾ ਕਰਕੇ ਬਖਸ਼ ਲੈਹੋ ਹੋ ਪਾਪੀ, ਵੱਡ ਗੁਨਹਗਾਰ। ਮਹਾਰਾਜ ਮੈਂ ਬਹੁਤ ਵੱਡਾ ਪਾਪੀ ਹਾਂ, ਬਹੁਤ ਵੱਡਾ ਗੁਨਾਹਗਾਰ ਹਾਂ, ਤੇ ਆਪ ਜੀ ਦਾ ਇਹ ਸੁਭਾਅ ਹੈ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਆਪਣੇ ਅੰਦਰ ਮਿਲ ਲੈਣਾ ਕਰੋ। ਹਮਰੇ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਕਿਰਤ ਕਰਮ ਕੇ ਵਿਛੜੇ। ਮਹਾਰਾਜ ਜੇ ਤੁਸੀਂ ਸਾਡੇ ਗੁਨਾਹਾਂ ਨੂੰ ਵੇਖਣ ਲੱਗ ਪਏ, ਔਗੁਣਾਂ ਨੂੰ ਵੇਖਣ ਲੱਗ ਪਏ, ਸਾਡੇ ਮਹਾਰਾਜ ਔਗੁਣਾਂ ਦੀ ਗਿਣਤੀ ਨਹੀਂ ਹੋਣੀ। ਇਸ ਕਰਕੇ ਕਰ ਕਿਰਪਾ ਮਿਲ ਹੋ ਰਾਮ। ਇਹ ਰਮੇ ਹੋਏ ਵਾਹਿਗੁਰੂ ਜੀ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਕਰ ਕਿਰਪਾ ਮਿਲ ਹੋ ਰਾਮ। ਇਹ ਮੇਰੇ ਵਾਹਿਗੁਰੂ ਜੀ, ਮੇਰੇ ਸੁਆਮੀ ਜੀ ਸਾਡੇ ਤੇ ਮਿਹਰ ਕਰੋ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ। ਐਸੀ ਬਖਸ਼ਿਸ਼ ਕਰ ਦਿਓ ਸਾਡੇ ਸਾਰੇ ਗੁਨਾਹਾਂ ਨੂੰ, ਸਾਰਿਆਂ ਪਾਪਾਂ ਨੂੰ ਖਤਮ ਕਰਕੇ ਆਪਣੇ ਅੰਦਰ ਸਾਨੂੰ ਅਪੇਧ ਕਰ ਲੈਣਾ ਕਰੋ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਫਿਰ ਜਗਿਆਸੂ ਬੇਨਤੀ ਕਰਦਾ ਹੈ, ਮਹਾਰਾਜ ਚਾਰ ਕੁੰਟ, ਚਾਰ ਜਿਹੜੀਆਂ ਕੁੰਟਾਵਾਂ ਨੇ, ਚਾਰ ਜਿਹੜੀਆਂ ਦਿਸ਼ਾਵਾਂ ਨੇ ਮੁੱਖ ਮੰਨੀਆਂ ਨੇ। ਚਾਰਾਂ ਹੀ ਦਿਸ਼ਾ ਦੇ ਅੰਦਰ, ਚਾਰਾਂ ਹੀ ਦਿਸ਼ਾ ਦੇ ਚਾਰ ਕੋਨੇ, ਧਰਤੀ ਤੇ ਆਕਾਸ਼, ਇਹ 10 ਬਣਦੇ ਨੇ। 10 ਹੀ ਦਿਸ਼ਾ ਦੇ ਅੰਦਰ ਮਹਾਰਾਜ ਭਰਮ ਕਰਕੇ, ਥੱਕ ਕਰਕੇ ਅਸੀਂ ਆਪ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਹਾਂ। ਇਸੇ ਤਰ੍ਹਾਂ ਚਾਰ ਕੁੰਟ, ਮਨ, ਬੁੱਧ, ਚਿੱਤ, ਹੰਕਾਰ, ਜਿਸ ਨੂੰ ਸਾਡੇ ਵਿਦਵਾਨ ਅੰਤःਕਰਨ ਵੀ ਕਹਿੰਦੇ ਨੇ। ਇਸੇ ਤਰ੍ਹਾਂ ਦਹਿ ਦਿਸ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਭ੍ਰਮ ਥਕੇ, ਇਹਨਾਂ ਦੇ ਵਿੱਚ ਲੱਗ ਕਰਕੇ ਮਹਾਰਾਜ ਭਰਮ ਦੇ ਵਿੱਚ ਪੈ ਕਰਕੇ ਮੈਂ ਥੱਕ ਗਿਆ ਹਾਂ। ਹੁਣ ਥੱਕ ਕਰਕੇ ਆਏ ਪ੍ਰਭ ਕੀ ਸਾਮ। हे ਪ੍ਰਭੂ ਜੀ, ਮਾਲਕ ਜੀ, ਆਪ ਜੀਆਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਹਾਂ। ਆਪ ਜੀ ਹੁਣ ਸਾਡੇ ਤੇ ਮਿਹਰ ਕਰੋ। ਪ੍ਰਭ ਨੂੰ ਛੋੜ ਜਾਈਏ, ਮਹਾਰਾਜ ਆਪ ਜੀ ਨੂੰ ਛੱਡ ਕੇ ਕਿੱਥੇ ਜਾਣਾ ਕਰੀਏ। ਆਨ ਨਾ ਬੀਆ, ਆਪ ਜੀ ਦੇ ਸਦਰਸ਼ ਹੋਰ ਤੇ ਕੋਈ ਹੈ ਹੀ ਨਹੀਂ ਹੈ। ਇਸ ਕਰਕੇ ਮਹਾਰਾਜ ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਜਿਸ ਨੂੰ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਨੇ, ਜਿਤੇ ਸ਼ਰਨ ਜਾਇ ਹੈ ਤਿਤਿਉ ਰਾਖ ਲੈ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦਵਾਰੀ। ਲੇਖੈ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲਿਹੋ ਉਬਾਰੀ। ਥਕ ਆਏ ਪ੍ਰਭ ਕੀ ਸਾਮ। ਇਹ ਵਾਹਿਗੁਰੂ ਜੀ, ਹੁਣ ਮੈਂ ਥੱਕ ਕਰਕੇ ਆਪ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹਾਂ। ਆਪ ਜੀ ਹੁਣ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ। ਤੇਨ ਦੁਧੈ ਤੇ ਬਾਹਰੇ, ਕਿਤੇ ਨ ਆਵੈ ਕਾਮ। ਹੁਣ ਮਹਾਰਾਜ ਸਾਹਿਬ ਜੀ ਇੱਕ ਉਦਾਹਰਨ ਦਿੰਦੇ ਨੇ। ਧੇਨ ਨਾਮ ਹੈ ਗਊ ਦਾ, ਦੁਧੈ ਨਾਮ ਦੁੱਧ ਦਾ, ਤੇ ਬਾਹਰੀ। ਜੇ ਕਹਿੰਦੇ ਘਰ ਦੇ ਵਿੱਚ ਗਊ ਹੈ ਤੇ ਉਹ ਗਊ ਦੁੱਧ ਨਹੀਂ ਦਿੰਦੀ, ਤੇ ਮਹਾਰਾਜ ਕਹਿੰਦੇ ਕਿਤੇ ਨਾ ਆਵੇ ਕਾਮ। ਉਹ ਜਿਹੜੀ ਗਾਂ ਹੈ ਕਿਸੇ ਵੀ ਕੰਮ ਵਿੱਚ ਨਹੀਂ ਆਉਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਧੇਨ ਕੌਣ ਹੈ? ਮਨੁੱਖ ਹੈ। ਦੁੱਧ ਕਿਹੜਾ ਹੈ? ਨਿਸ਼ਕਾਮ ਕਰਮਾ ਰੂਪੀ ਜਾਂ ਭਗਤੀ ਰੂਪੀ ਕਹਿ ਲਈਏ। ਕਿਤੇ ਨਾ ਆਵੇ ਕਾਮ, ਜਿਸ ਮਨੁੱਖ ਰੂਪੀ ਗਊ ਦੇ ਕੋਲੇ ਪਰਮੇਸ਼ਰ ਦੀ ਨਿਸ਼ਕਾਮ ਸਾਧਨਾ ਨਹੀਂ, ਵਾਹਿਗੁਰੂ ਦੀ ਭਗਤੀ ਰੂਪੀ ਦੁੱਧ ਨਹੀਂ, ਕਿਤੇ ਨਾ ਆਵੇ ਕਾਮ। ਮਹਾਰਾਜ ਕਹਿੰਦੇ ਉਹ ਮਨੁੱਖ ਕਿਤੇ ਵੀ ਭਾਈ ਕਾਜ ਦੇ ਵਿੱਚ ਨਹੀਂ ਹੈ। ਉਹਦਾ ਜਿਹੜਾ ਜੀਵਨ ਹੈ ਹਿਸਾਬ ਦੇ ਵਿੱਚ ਨਹੀਂ ਹੈ, ਲੇਖੇ ਦੇ ਵਿੱਚ ਨਹੀਂ ਹੈ। ਮਹਾਰਾਜ ਕਹਿੰਦੇ ਉਹਦੇ ਨਾਲੋਂ ਤੇ ਪਸ਼ੂ ਚੰਗੇ ਨੇ। ਪਸ਼ੂ ਮਿਲੈ ਚੰਗਿਆਈਆ, ਖੜ ਖਾਵਹਿ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਨਹੀਂ, ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੇ ਜੀਵਨ ਨੂੰ ਤ੍ਰਿਗਾਕਾਰ ਹੈ, ਫਿੱਟੇ ਮੂੰਹ ਹੈ।
ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ਫਿਰ ਮਹਾਰਾਜ ਸਾਹਿਬ ਜੀ ਹੋਰ ਉਦਾਹਰਨ ਦਿੰਦੇ ਨੇ। ਜਲ ਬਿਨ, ਜਲ ਨਾਮ ਪਾਣੀ ਦਾ। ਮਹਾਰਾਜ ਸਾਹਿਬ ਕਹਿੰਦੇ ਪਾਣੀ ਤੋਂ ਬਿਨਾ ਸਾਖ ਕੁਮਲਾਵਤੀ, ਜਿੰਨੀ ਵੀ ਬਨਸਪਤੀ ਹੈ ਉਹ ਕੁਮਲਾ ਜਾਂਦੀ ਹੈ। ਮੀਂਹ ਨਾ ਪਵੇ, ਹਰਿਆਵਲਤਾ ਖਤਮ ਹੋ ਜਾਂਦੀ ਹੈ, ਬਨਸਪਤੀ ਕੁਮਲਾ ਜਾਂਦੀ ਹੈ। ਜਦੋਂ ਕਹਿੰਦੇ ਮੀਂਹ ਨਹੀਂ ਪਿਆ, ਫਸਲਾਂ ਨਹੀਂ ਹੋਈਆਂ, ਤੇ ਮਹਾਰਾਜ ਕਹਿੰਦੇ ਉਪਜੈ ਨਾਹੀ ਦਾਮ। ਦਾਮ ਕਹਿੰਦੇ ਨੇ ਦਮੜਿਆਂ ਨੂੰ, ਮਾਇਆ ਨੂੰ, ਤੇ ਮਹਾਰਾਜ ਕਹਿੰਦੇ ਮਾਇਆ ਵੀ ਨਹੀਂ ਪੈਦਾ ਹੋਵੇਗੀ। ਇਸੇ ਤਰ੍ਹਾਂ ਜਲ ਬਿਨ ਸਾਖ ਕੁਮਲਾਵਤੀ, ਜਿਨ੍ਹਾਂ ਦੇ ਕੋਲ ਨਾਮ ਰੂਪੀ ਜਲ ਨਹੀਂ ਹੈ, ਸਾਖ ਕੁਮਲਾਵਤੀ, ਉਹਨਾਂ ਦੇ ਜਿਹੜੇ ਸਰੀਰ ਨੇ ਪਾਈ ਕੁਮਲਾ ਜਾਂਦੇ ਨੇ। ਉਪਜੈ ਨਾਹੀ ਦਾਮ, ਕਹਿੰਦੇ ਫਿਰ ਇਸ ਸਰੀਰ ਦੇ ਅੰਦਰੋਂ ਭਗਤੀ ਰੂਪੀ ਜਿਹੜੇ ਦਮੜੇ ਨੇ ਪਾਈ ਉਹ ਪੈਦਾ ਨਹੀਂ ਹੁੰਦੇ ਹਨ। ਹਰ ਨਾਹ ਨਾ ਮਿਲਿਐ ਸਾਜਣੈ ਕਤ ਪਾਈਐ ਬਿਸਰਾਮ। ਹਰ ਨਾਮ ਉਸ ਵਾਹਿਗੁਰੂ ਦਾ ਹੈ। ਮਹਾਰਾਜ ਸਾਹਿਬ ਕਹਿੰਦੇ ਜਿਸ ਜੀਵ ਨੂੰ ਉਹ ਵਾਹਿਗੁਰੂ ਨਾ ਪਤੀ ਨਹੀਂ ਮਿਲਦਾ ਹੈ, ਕਤ ਪਾਈਏ ਬਿਸਰਾਮ। ਫਿਰ ਮਹਾਰਾਜ ਕਹਿੰਦੇ ਦਸਨਾ ਕਰੋ ਕਿ ਭਾਈ ਪਤੀ ਤੋਂ ਬਿਨਾ, ਪਰਮਾਤਮਾ ਤੋਂ ਬਿਨਾ ਬਿਸਰਾਮ ਨਾਮ ਹੈ ਟਿਕਾ ਦਾ, ਬਿਸ਼ਰਾਮ ਨਾਮ ਹੈ ਟਿਕਣ ਦਾ। ਇਹ ਪ੍ਰਾਣੀ ਕਿਤੇ ਵੀ ਟਿਕ ਨਹੀਂ ਸਕਦਾ ਹੈ, ਕਿਸੇ ਵੀ ਜਗ੍ਹਾ ਤੇ ਇਸ ਨੂੰ ਟਿਕਾ ਨਹੀਂ ਮਿਲਣਾ ਹੈ, ਸ਼ਾਂਤੀ ਨਹੀਂ ਮਿਲਣੀ ਹੈ। ਜਿਤ ਘਰ ਹਾਰ ਕੰਤ ਨਾ ਪ੍ਰਗਟਾਈ ਭਟ ਨਗਰ ਸੇ ਗ੍ਰਾਮ। ਫਿਰ ਮਹਾਰਾਜ ਸਾਹਿਬ ਕਹਿੰਦੇ ਜਿਸ ਸਰੀਰ ਰੂਪੀ ਘਰ ਦੇ ਅੰਦਰ ਉਹ ਵਾਹਿਗੁਰੂ ਕੰਤ ਨਾਮ ਪਤੀ ਜਿਹੜਾ ਹੈ ਪ੍ਰਗਟ ਨਹੀਂ ਹੁੰਦਾ, ਸਖਿਆਤਕਾਰ ਨਹੀਂ ਹੁੰਦਾ, ਭਟ ਨਗਰ ਸੇ ਗ੍ਰਾਮ। ਭਟ ਨਾਮ ਪੱਠੇ ਦਾ ਹੈ। ਜਿਵੇਂ ਪੱਠੇ ਦੇ ਅੰਦਰ ਇੱਟਾਂ ਜਿਹੜੀਆਂ ਨੇ ਤਪਾਈਆਂ ਜਾਂਦੀਆਂ ਨੇ, ਤੇ ਨਗਰ ਨਾਮ ਹੁੰਦਾ ਹੈ ਸ਼ਹਿਰਾਂ ਦਾ, ਗ੍ਰਾਮ ਨਾਮ ਪਿੰਡਾਂ ਦਾ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਸਰੀਰ ਨਗਰ ਸ਼ਹਿਰਾਂ ਦੇ ਵਾਂਗ ਬਹੁਤ ਵੱਡੇ ਨੇ, ਤੇ ਮਹਾਰਾਜ ਕਹਿੰਦੇ ਉਹ ਭੱਠ ਦੇ ਵਾਂਗ ਤਪਦੇ ਨੇ। ਸੇ ਗ੍ਰਾਮ, ਜਿਨ੍ਹਾਂ ਦੇ ਸਰੀਰ ਕਹਿੰਦੇ ਗ੍ਰਾਮ ਪਿੰਡਾਂ ਦੇ ਵਾਂਗ ਛੋਟੇ ਨੇ, ਉਹ ਵੀ ਤਪਦੇ ਨੇ। ਕਿਹੜੇ? ਜਿਤ ਘਰ ਹਰ ਕੰਤ ਨਾ ਪ੍ਰਗਟਾਈ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਪਰਮੇਸ਼ਰ ਸਖਿਆਤਕਾਰ ਨਹੀਂ ਹੋਇਆ, ਪ੍ਰਗਟ ਨਹੀਂ ਹੋਇਆ। ਤਾਈਓ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੰਤਨ ਕੀ ਚੁੰਗੀਆ ਭਲੀ, ਪੱਠ ਕੁਸੱਤੀ ਗਾਓ, ਆਗ ਲੱਗੋ ਤਹਿ ਤੌਲ ਹਰ ਜਹ ਨਾਹੀ ਹਰ ਕੋ ਨਾਓ। ਕਬੀਰ ਸਾਹਿਬ ਕਹਿੰਦੇ ਜਿਹੜੇ ਸੰਤ ਨੇ, ਬੰਦਗੀ ਕਰਨ ਵਾਲੇ ਨੇ ਨਾ, ਉਹਨਾਂ ਦੀਆਂ ਜਿਹੜੀਆਂ ਝੁਗੀਆਂ ਨੇ, ਛੰਨਾਂ ਨੇ ਪਾਈ ਬਹੁਤ ਚੰਗੀਆਂ ਨੇ। ਆਗ ਲੱਗੋ ਤਹਿ ਧੌਲ ਹਰ, ਵੱਡੇ ਵੱਡੇ ਧੌਲਰ ਨੇ, ਵੱਡੇ ਵੱਡੇ ਮਹੱਲ ਨੇ, ਜਹ ਨਾਹੀ ਹਰ ਕੋ ਨਾਓ। ਜਿਨ੍ਹਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਤੇ ਕਬੀਰ ਸਾਹਿਬ ਕਹਿੰਦੇ ਉਹ ਤੇ ਸੜ ਕੇ ਸਵਾਹ ਹੋ ਜਾਣ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਸਰੀਰਾਂ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਪ੍ਰਗਟ ਨਹੀਂ ਹੋਇਆ, ਵਾਹਿਗੁਰੂ ਜੀ ਸਖਿਆਤਕਾਰ ਨਹੀਂ ਹੋਏ, ਭਾਈ ਉਹ ਸਰੀਰ ਜਿਹੜੇ ਨੇ ਭਾਵੇਂ ਛੋਟੇ ਨੇ ਵੱਡੇ ਨੇ, ਪੱਠਾਂ ਦੇ ਵਾਂਗ ਕਹਿੰਦੇ ਸੜਦੇ ਹਨ। ਸਰਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਗਰੀਬ ਨਵਾਜ ਕਹਿੰਦੇ ਜਿਵੇਂ ਪਤੀ ਹੈ ਤੇ ਉਸ ਦੀ ਘਰਵਾਲੀ ਹੈ, ਕਹਿੰਦੇ ਜੇਕਰ ਕਿ ਘਰਵਾਲੀ ਨੂੰ ਪਤੀ ਦੀ ਪ੍ਰਾਪਤੀ ਨਹੀਂ, ਆਪਣੇ ਸਰੀਰ ਦੇ ਉੱਪਰ ਅਨੇਕਾਂ ਸ਼ਿੰਗਾਰ ਕਰਦੀ ਹੈ। ਸ਼ਿੰਗਾਰ ਦੇ ਪਿੱਛੇ ਕਾਰਨ ਕੀ ਹੈ? ਕਿ ਪਤੀ ਨੂੰ ਖੁਸ਼ ਕਰਨਾ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਜਿੰਨਾ ਚਿਰ ਪਤੀ ਦੀ ਪ੍ਰਾਪਤੀ ਨਹੀਂ, ਭਾਵੇਂ ਉਹ ਦੁਨਿਆਵੀ ਪਤੀ ਹੈ, ਚਾਹੇ ਉਹ ਦੀਨ ਦੁਨੀਆ ਦਾ ਮਾਲਕ ਵਾਹਿਗੁਰੂ ਪਤੀ ਹੈ, ਜਿੰਨਾ ਚਿਰ ਉਹਦੀ ਪ੍ਰਾਪਤੀ ਨਹੀਂ, ਉਹਦੀ ਪ੍ਰਸੰਨਤਾ ਨਹੀਂ, ਤੇ ਮਹਾਰਾਜ ਕਹਿੰਦੇ ਸਰਬ ਸਿਗਾਰ, ਸਾਰੇ ਤਨ ਦੇ ਕੀਤੇ ਹੋਏ ਸ਼ਿੰਗਾਰ, ਤੰਬੋਲ ਰਸ, ਪਾਨੇ ਦੇ ਜਿਹੜੇ ਬੀੜੇ ਨੇ, ਰਸ ਅਨੇਕਾਂ ਜਿਹੜੇ ਰਸ ਨੇ, ਸਣ ਦੇਹੀ ਸਭ ਖਾਮ, ਸਮੇਤ ਦੇਹੀ ਦੇ ਮਹਾਰਾਜ ਕਹਿੰਦੇ ਖਾਮ ਪਾਈ ਕਿਸੇ ਵੀ ਕਾਜ ਵਿੱਚ ਨਹੀਂ, ਕਿਸੇ ਵੀ ਲੇਖੇ ਦੇ ਵਿੱਚ ਨਹੀਂ ਹਨ। ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ। ਮਹਾਰਾਜ ਕਹਿੰਦੇ ਉਸ ਪ੍ਰਭੂ ਤੋਂ ਬਿਨਾ, ਉਸ ਮਾਲਕ ਤੋਂ ਬਿਨਾ, ਉਸ ਕੰਤ ਪਤੀ ਤੋਂ ਵੀ ਹੋਣੀਆਂ ਬਿਨਾ, ਮੀਤ ਸੱਜਣ ਸਭ ਜਾਮ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਦੁਨੀਆ ਦੇ ਮੀਤ ਜਿਹੜੇ ਮਿੱਤਰ ਨੇ, ਦੁਨੀਆ ਦੇ ਜਿਹੜੇ ਸੱਜਣ ਨੇ, ਸਭ ਜਾਮ। ਮਹਾਰਾਜ ਕਹਿੰਦੇ ਸਾਰੇ ਜਮਾਂ ਦੇ ਵੱਧ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀਏ। ਸਾਰੀ ਬਾਣੀ ਬ੍ਰਿਜ ਭਾਸ਼ਾ ਦੇ ਅੰਦਰ ਹੈ, ਬੜੀ ਸੁਖੈਨ ਭਾਸ਼ਾ ਹੈ। ਜਿਸ ਬਾਣੀ ਨੂੰ ਪੜਾਂਗੇ ਅਰਥ ਜਿਹੜੇ ਨੇ ਸਾਹਮਣੇ ਪਏ ਨੇ, ਸਾਹਮਣੇ ਨਜ਼ਰ ਆਉਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਹੋ ਮਨ ਮਾਹੀ,
अपने ही सुख स्यों सब लागे, को काहू को नाही। सुख में आन बहुत मिल बैठत, रहत चहूँ दिस की रह। ते गुरु अर्जन साहब महाराज की कहते ने, मीत सज्जन सब जाम। सुख में आन बहुत मिल बैठत, को ना आवत नीरै। महाराज कहते जदों विपता पै जाती है, विपत परी सब ही संग छाड़त, को ना आवत नीरै। कर की नार बहुत हित जास्यों, सदा रह संग लागी। जब ही हंस तजी यह काया, प्रेत प्रेत कर पागी। यह विद को व्यवहार बन्यो है, जास्यो नेहो लगायो। अंत बार बिन हरजी, को काम ना आयो। मीत सज्जन सब जाम। गुरु अर्जन साहब कहते नाम तो बिना जिन्ने भी मित्र ने सज्जन ने जमां दे वत हो जाते हैं। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਫਿਰ ਜਗਿਆਸੂ ਬੇਨਤੀ ਕਰਦਾ ਹੈ ਕਿ ਮਹਾਰਾਜ ਸਾਡੀ ਤੇ ਅਰਜ਼ ਹੈ, ਬੇਨਤੀਆਂ ਨੇ, ਕਰ ਕਿਰਪਾ ਦੀਜੈ ਨਾਮ। ਸਾਡੇ ਤੇ ਮਿਹਰ ਕਰੋ, ਸਾਨੂੰ ਨਾਮ ਦੀ ਦਾਤ ਜਿਹੜੀ ਹੈ ਬਖਸ਼ਿਸ਼ ਕਰ ਦਿਓ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵਹੁ ਹਰ ਨਾਮ। ਮਹਾਰਾਜ ਮੈਂ ਮੰਗਤਾ ਬਣ ਕੇ ਆਪ ਜੀ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹਾਂ, ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਕਰ ਕਿਰਪਾ ਦੀਜੈ ਨਾਮ। ਮਹਾਰਾਜ ਐਸੀ ਕਿਰਪਾ ਕਰ ਦਿਓ। 8 ਪਹਿਰ ਤੁਧ ਧਿਆਈ। 8 ਪਹਿਰ ਮੈਂ ਤੁਹਾਡੀ ਹੀ ਇਬਾਦਤ ਕਰਾਂ, ਤੁਹਾਡਾ ਹੀ ਨਾਮ ਜਪਾਂ। ਐਸੀ ਸਾਡੇ ਤੇ ਮਹਾਰਾਜ ਮਿਹਰ ਕਰ ਦਿਓ। 8 ਪਹਿਰ ਸਾਲਾਹੇ ਸਿਰਜਨਹਾਰ ਤੂੰ, ਜੀਵਾਂ ਤੇਰੀ ਦਾਤ ਕਿਰਪਾ ਕਰਹਿ ਮੂੰਹ। ਮਹਾਰਾਜ ਮੇਰੀ ਤੇ ਕਿਰਪਾ ਕਰ ਦਿਓ। ਉਠਤ ਬੈਠਤ ਸੋਵਤ ਨਾਮ, ਉੱਠਣ ਲੱਗਿਆਂ ਵੀ ਨਾਮ, ਬਹਿਣ ਲੱਗਿਆਂ ਵੀ ਨਾਮ। ਕਰ ਕਿਰਪਾ। ਮਹਾਰਾਜ ਤੁਹਾਡੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋਣਾ। ਜੇ ਤੁਸੀਂ ਮਹਾਰਾਜ ਕਿਰਪਾ ਕਰੋਗੇ ਤੇ ਨਾਮ ਦੀ ਦਾਤ ਮੈਨੂੰ ਮਿਲੇਗੀ। ਫਿਰ ਜਿੱਤੇ ਮਹਾਰਾਜ ਕਿਰਪਾ ਕਰਦਾ ਹੈ ਤੇ ਮਹਾਰਾਜ ਸਾਹਿਬ ਜੀਆਂ ਦੇ ਬੋਲ ਹਨ, ਤਉ ਕਿਰਪਾ ਤੇ ਹਰ ਗੁਣ ਅਗਾਈ। ਤਉ ਕਿਰਪਾ ਤੇ ਹਰ ਗੁਣ ਗਾਈ। ਮਹਾਰਾਜ ਤੁਹਾਡੀ ਕਿਰਪਾ ਹੋ ਰਹੀ, ਮੈਂ ਤੁਹਾਡਾ ਹੁਣ ਨਾਮ ਜਪਦਾ ਪਿਆ ਹਾਂ। ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਪੰਜ। ਨਾਮ ਦੇ ਵਿੱਚ ਐਡੀ ਵੱਡੀ ਬਰਕਤ ਹੈ। ਨਾਮ ਨੂੰ ਜਪਣ ਕਰਕੇ ਮਹਾਰਾਜ ਕਹਿੰਦੇ ਵੱਡੇ ਆਨੰਦ ਦੀ, ਵੱਡੇ ਖੇੜੇ ਦੀ ਦਾਤ ਮਿਲਦੀ ਹੈ। ਇਸ ਕਰਕੇ ਗਰੀਬ ਨਵਾਜ ਕਹਿੰਦੇ ਬੇਨਤੀਆਂ ਕਰੋ, ਅਰਦਾਸਾਂ ਕਰੋ, ਕਰ ਕਿਰਪਾ ਦੀਜੈ ਨਾਮ। ਇਹ ਵਾਹਿਗੁਰੂ ਜੀ ਸਾਡੇ ਤੇ ਮਿਹਰ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਹੇ ਮੇਰੇ ਮਾਲਕ ਜੀ, ਹੇ ਮੇਰੇ ਪ੍ਰਭੂ ਜੀ, ਉਸ ਵਾਹਿਗੁਰੂ ਦੇ ਨਾਲ ਸਾਨੂੰ ਮੇਲ ਦੇਣਾ ਕਰੋ। ਕਿਹੜਾ ਵਾਹਿਗੁਰੂ? ਜਿਸ ਵਾਹਿਗੁਰੂ ਦਾ ਘਰ ਹਮੇਸ਼ਾ ਰਹਿਣ ਵਾਲਾ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰਾ। ਪਰਮਾਤਮਾ ਦਾ ਘਰ ਜਿਹੜਾ ਹੈ ਹਮੇਸ਼ਾ ਰਹਿਣ ਵਾਲਾ ਹੈ, ਜਿਸ ਨੂੰ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਬੇਗੁੰਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤਿਸ ਠਾਓ। ਉਹ ਐਸਾ ਘਰ ਹੈ ਜਿੱਥੇ ਕੋਈ ਚਿੰਤਾ ਨਹੀਂ, ਜਿੱਥੇ ਕੋਈ ਫਿਕਰ ਨਹੀਂ, ਜਿੱਥੇ ਕੋਈ ਦੁੱਖ ਨਹੀਂ, ਜਿੱਥੇ ਕੋਈ ਸੁੱਖ ਨਹੀਂ, ਇੱਕ ਹੀ ਰਸ ਹੈ। ਤੇ ਮਹਾਰਾਜ ਕਿਰਪਾ ਕਰਕੇ ਜਿਸ ਕਾ ਨਿਹਚਲ ਧਾਮ, ਧਾਮ ਕਹਿੰਦੇ ਨੇ ਘਰ ਨੂੰ, ਜਿਸ ਵਾਹਿਗੁਰੂ ਦਾ ਘਰ ਸਦੀਵੀ ਰਹਿਣ ਵਾਲਾ ਹੈ, ਮਹਾਰਾਜ ਐਸੇ ਘਰ ਦੀ ਮੈਨੂੰ ਦਾਤ ਬਖਸ਼ਿਸ਼ ਕਰ ਦਿਓ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ। ਹੁਣ ਮਹਾਰਾਜ ਸਾਹਿਬ ਜੀ ਚੇਤ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਚੇਤ, ਚੇਤ ਨਾਮ ਚੇਤ ਦੇ ਮਹੀਨੇ ਦਾ ਹੈ। ਮਹਾਰਾਜ ਕਹਿੰਦੇ ਚੇਤ ਦਾ ਮਹੀਨਾ ਜਿਹੜਾ ਹੈ ਭਾਈ ਆਰੰਭ ਹੋ ਰਿਹਾ ਹੈ। ਗੋ ਨਾਮ ਇੰਦਰੀਆਂ ਦਾ, ਵਿੰਦ ਨਾਮ ਜੋ ਇੰਦਰੀਆਂ ਨੂੰ ਚਲਾਉਣ ਵਾਲਾ ਹੈ। ਅਰਾਧੀ ਹੈ, ਮਹਾਰਾਜ ਕਹਿੰਦੇ ਉਹਦਾ ਅਰਾਧੀ ਬਣਨਾ ਕਰ। ਗੋ ਨਾਮ ਧਰਤੀ ਦਾ, ਵਿੰਦ ਨਾਮ ਜੋ ਧਰਤੀ ਨੂੰ ਚਲਾਉਣ ਵਾਲਾ ਹੈ। ਅਰਾਧੀ ਹੈ, ਉਹਦੇ ਨਾਮ ਨੂੰ ਰੱਦ ਨਾ ਕਰ। ਜਿਸ ਨੂੰ ਮਹਾਰਾਜ ਕਹਿੰਦੇ ਨੇ ਹਰ ਹਰ ਨਾਮ ਜਪੰਤਿਆ, ਕਛ ਨਾ ਕਹੇ ਜਮਕਾਲ। ਬਾਣੀ ਦੇ ਅੰਦਰ ਮਹਾਰਾਜ ਜੀ ਨੇ ਵਾਰ-ਵਾਰ ਇਹ ਜ਼ਿਕਰ ਕੀਤਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਨੀ। ਚੇਤ ਗੋਵਿੰਦ ਅਰਾਧੀਐ। ਮਹਾਰਾਜ ਕਹਿੰਦੇ ਚੇਤ ਦੇ ਮਹੀਨੇ ਅੰਦਰ
ਪਰੇ ਪੂਰਨ ਪਰਮਾਤਮਾ ਨੂੰ, ਵਾਹਿਗੁਰੂ ਜੀ ਦੇ ਨਾਮ ਨੂੰ ਅਰਾਧੀਏ, ਨਾਮ ਜਪਣਾ ਕਰ। ਫਿਰ ਕੀ ਹੋਵੇਗਾ? ਹੋਵੇ ਆਨੰਦ ਕਣਾ। ਕਣਾ ਨਾਮ ਹੈ ਬੇਅੰਤ ਦਾ, ਜਿਹਦੀ ਕੋਈ ਗਿਣਤੀ ਨਾ ਹੋ ਸਕੇ। ਮਹਾਰਾਜ ਕਹਿੰਦੇ, ਜੇ ਤੂੰ ਚੇਤ ਦੇ ਮਹੀਨੇ ਦੇ ਅੰਦਰ ਪ੍ਰਮਾਤਮਾ ਨੂੰ ਅਰਾਧੇਂਗਾ, ਪ੍ਰਮਾਤਮਾ ਨੂੰ ਯਾਦ ਕਰੇਂਗਾ, ਤੈਨੂੰ ਬਹੁਤ ਵੱਡੇ ਆਨੰਦ ਦੀ ਦਾਤ ਮਿਲੇਗੀ। ਉਹ ਆਨੰਦ ਐਸਾ ਹੈ ਜੀਭਾ ਬੋਲ ਕੇ ਨਹੀਂ ਦੱਸ ਸਕਦੀ, ਕਲਮ ਲਿਖ ਕਰਕੇ ਬਿਆਨ ਨਹੀਂ ਕਰ ਸਕਦੀ। ਜਿਸ ਨੂੰ ਮਹਾਰਾਜ ਸਾਹਿਬ ਕਹਿੰਦੇ ਨੇ, ਇਹ ਗੂੰਗਾ ਬੰਦਾ ਹੈ, ਜਿਸ ਨੂੰ ਕੋਈ ਮਠਿਆਈ ਖਵਾ ਦਈਏ ਤੇ ਪੁੱਛੀਏ ਭਾਈ ਕਿੰਨਾ ਕੁ ਆਨੰਦ ਆਇਆ, ਪੁੱਛੇ ਕਹਿਣ ਨਾ ਜਾਈ ਹੈ। ਉਹ ਵਿਚਾਰਾ ਬੋਲ ਨਹੀਂ ਸਕਦਾ, ਪਰ ਆਨੰਦ ਤੇ ਆਉਂਦਾ ਹੈ। ਇਸੇ ਤਰ੍ਹਾਂ ਭਾਈ ਬਾਣੀ ਦਾ ਆਨੰਦ ਜਿਹੜਾ ਹੈ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਅਰਾਧਿਆ, ਨਾਮ ਜਪਿਆ, ਆਨੰਦ ਆਉਂਦਾ ਹੈ। ਫਿਰ ਮਹਾਰਾਜ ਕਹਿੰਦੇ ਉਹ ਆਨੰਦ ਐਸਾ ਹੈ ਜਿਸ ਆਨੰਦ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ ਆਨੰਦ ਸਾਹਿਬ। ਇਸ ਬਾਣੀ ਦੇ ਅੰਦਰ ਮਹਾਰਾਜ ਜੀ ਨੇ ਆਨੰਦ ਦਾ ਜ਼ਿਕਰ ਕੀਤਾ ਹੈ ਕਿ ਦੁਨੀਆ ਦੇ ਲੋਕ ਪਦਾਰਥ ਛਕ ਕੇ ਕਹਿੰਦੇ ਬੜਾ ਆਨੰਦ ਆਇਆ, ਕੋਈ ਵਿਕਾਰਾਂ ਨੂੰ ਭੋਗ ਕੇ ਕਹਿੰਦੇ ਬੜਾ ਆਨੰਦ ਆਇਆ, ਕੋਈ ਰਾਜ ਭਾਗ ਦੀ ਪ੍ਰਾਪਤੀ ਕਰਕੇ ਕਹਿੰਦੇ ਬੜਾ ਆਨੰਦ ਆਇਆ। ਮਹਾਰਾਜ ਕਹਿੰਦੇ ਕਾਹਦਾ ਆਨੰਦ ਹੈ? ਅਸਲ ਆਨੰਦ ਜਿਹੜਾ ਹੈ ਉਹ ਗੁਰੂ ਦੇ ਪਾਸੋਂ ਮਿਲਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਸਦਾ ਨਾਮ ਹਮੇਸ਼ਾ ਦਾ। ਦੁਨੀਆ ਦੇ ਆਨੰਦ ਕੁਝ ਪਲਾਂ ਦੇ ਨੇ, ਕੁਝ ਦਿਨਾਂ ਦੇ ਨੇ, ਕੁਝ ਘੰਟਿਆਂ ਦੇ ਨੇ, ਕੁਝ ਸਾਲਾਂ ਦੇ ਨੇ, ਪਰ ਗੁਰੂ ਦਾ ਆਨੰਦ ਜਿਹੜਾ ਹੈ ਸਦੀਵੀ ਆਉਣ ਵਾਲਾ ਹੈ। ਇਸ ਮਾਤਲੋਕ ਦੀ ਧਰਤੀ ਤੇ ਵੀ, ਪਰਮਾਤਮਾ ਦੇ ਘਰ ਦੇ ਅੰਦਰ ਵੀ। ਉਹ ਆਨੰਦ ਬਾਬਾ ਬੁੱਢਾ ਸਾਹਿਬ ਨੂੰ ਆਇਆ ਹੈ। 12 ਸਾਲ ਦੀ ਉਮਰ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਿਲਾਪ ਹੁੰਦਾ ਹੈ। ਮਹਾਰਾਜ ਜੀ ਦੇ ਦਰਸ਼ਨ ਦੀਦਾਰ, ਮਹਾਰਾਜ ਜੀ ਦੀ ਸੇਵਾ ਕਰਦੇ ਨੇ। ਇੱਕ ਬੇਨਤੀ ਕਰਦੇ ਨੇ, ਮਹਾਰਾਜ ਜਿਹੜੇ ਵੱਡੇ ਨੇ, ਹਾਕਮ ਨੇ, ਉਹਨਾਂ ਦੇ ਘੋੜੇ ਆਉਂਦੇ ਨੇ। ਬਾਪ ਜ਼ਿਮੀਂਦਾਰਾ ਕਰਦਾ ਹੈ, ਪੱਕੀ ਖੇਤੀ ਨੂੰ ਉਜਾੜ ਦਿੰਦੇ ਨੇ। ਜਿਸ ਤਰ੍ਹਾਂ ਵੱਡਿਆਂ ਦੇ ਸਾਹਮਣੇ ਕੋਈ ਜ਼ੋਰ ਨਹੀਂ, ਕੋਈ ਬਲ ਨਹੀਂ, ਮੈਂ ਸਮਝਦਾ ਹਾਂ ਕਿ ਮੌਤ ਬਹੁਤ ਵੱਡੀ ਹੈ। ਮਹਾਰਾਜ ਐਸੀ ਕਿਰਪਾ ਕਰੋ, ਇਸ ਸਰੀਰ ਦੇ ਵਿੱਚੋਂ ਮੌਤ ਦਾ ਪੈ ਕੱਢ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਕਿਹਾ? ਬਾਬਾ ਬੁੱਢਾ ਸਾਹਿਬ ਨੂੰ ਬੂੜਾ ਲਫ਼ਜ਼ ਕਿਹਾ ਕਿ ਬੂੜਿਆ, ਤੇਰੀ ਜਿਹੜੀ ਵਿਚਾਰ ਹੈ ਬਜ਼ੁਰਗਾਂ ਵਾਲੀ ਹੈ। 12 ਸਾਲ ਦੀ ਉਮਰ ਅੰਦਰ ਘੁੱਟ ਕੇ ਗਲਬ ਲੱਕੜੀ ਦੇ ਵਿੱਚ ਪਾਉਂਦੇ ਨੇ, ਐਸਾ ਮੌਤ ਦਾ ਭੈ ਕੱਢ ਦਿੰਦੇ ਨੇ, ਆਨੰਦ ਦੀ ਦਾਤ ਬਖਸ਼ਿਸ਼ ਕਰਦੇ ਨੇ, 6 ਪਾਤਸ਼ਾਹੀਆਂ ਦੀ ਸੰਗਤ ਕਰਦੇ ਨੇ, ਸੇਵਾ ਕਰਦੇ ਨੇ, ਆਨੰਦ ਦੇ ਵਿੱਚ ਰਹਿੰਦੇ ਨੇ। ਕਦੀ ਵੀ ਇਹ ਹਿਰਦੇ ਦੇ ਵਿੱਚ ਖਿਆਲ ਨਹੀਂ ਉੱਠਿਆ ਕਿ ਮੈਂ ਤਖਤਾਂ ਦਾ ਮਾਲਕ ਬਣਾ। ਜਦੋਂ ਮੀਰੀ ਪੀਰੀ ਦੇ ਦਾਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਸੁਭਾਈਮਾਨ ਹੁੰਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਬਰਾਜਮਾਨ ਨੇ, ਬਾਬਾ ਬਿਧੀ ਚੰਦ, ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਨੇ। ਵਿਚਾਰ ਹੈ ਆਨੰਦ ਦੀ, ਤੇ ਬਾਬਾ ਬੁੱਢਾ ਸਾਹਿਬ ਆਉਂਦੇ ਨੇ, ਮਹਾਰਾਜ ਜੀ ਨੂੰ ਮੱਥਾ ਟੇਕਦੇ ਨੇ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ ਨੇ। ਕਹਿਣ ਲੱਗੇ, ਬਾਬਾ ਜੀ ਤੁਹਾਡੀ ਬਹੁਤ ਵੱਡੀ ਸੇਵਾ ਹੈ, ਅੱਜ ਉਹ ਦਾਤ ਮੰਗਣੀ ਤੁਸੀਂ ਮੰਗਣਾ ਕਰੋ। 2 ਵਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਬਾਬਾ ਬੁੱਢਾ ਸਾਹਿਬ ਕੁਝ ਬੋਲੇ ਨਹੀਂ। ਤੀਸਰੀ ਵਾਰ ਕਹਿਣ ਤੇ ਮਹਾਰਾਜ ਸਾਹਿਬ ਨੇ ਇੱਕ ਬੇਨਤੀ ਕੀਤੀ, ਮਹਾਰਾਜ ਜੇ ਤੁਠੇ ਹੋ ਨਾ, ਜਿਵੇਂ ਪਹਿਲੇ ਜਾਮੇ ਦੇ ਅੰਦਰ ਘੁੱਟ ਕੇ ਗਲਬਕੜੀ ਦੇ ਵਿੱਚ ਲਿਆ, ਮੇਰੀ ਮੌਤ ਆਵੇ, ਮੇਰਾ ਇਹ ਸੀਸ ਤੁਹਾਡੀ ਗੋਦ ਵਿੱਚ ਹੋਵੇ, ਮੇਰਾ ਆਨੰਦ ਟੁੱਟੇ ਨਾ। ਸਮਾਂ ਆਇਆ, ਬਾਬਾ ਬੁੱਢਾ ਸਾਹਿਬ ਜੀ
ਜਦੋਂ ਸੱਚਖੰਡ ਜਾਣ ਲੱਗੇ ਨੇ, ਗੁਰੂ ਹਰਗੋਬਿੰਦ ਮਹਾਰਾਜ ਆਪ ਜਾਂਦੇ ਨੇ, ਨਾਲ ਗੁਰੂ ਕੇ ਸਿੱਖ ਨੇ, ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਨੇ, ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ। ਮਹਾਰਾਜ ਬੈਠ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਨੂੰ ਆਪਣੀ ਗੋਦ ਵਿੱਚ ਰੱਖਦੇ ਨੇ। ਅੱਜ ਐਸਾ ਆਨੰਦ ਆ ਰਿਹਾ ਹੈ, ਜਿਹੜਾ ਆਨੰਦ ਅੱਜ ਤੋਂ 113 ਸਾਲ ਪਹਿਲਾਂ ਆਇਆ, ਉਹ ਆਨੰਦ ਬਾਬਾ ਬੁੱਢਾ ਸਾਹਿਬ ਨੂੰ ਫਿਰ ਆਉਂਦਾ ਪਿਆ ਹੈ। ਐਸਾ ਆਨੰਦ, ਐਸਾ ਖੇੜਾ ਕਿ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਕਰਦਿਆਂ ਸਰੀਰ ਸ਼ਾਂਤ ਹੋ ਗਿਆ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਕਹਿਣ ਲੱਗੇ, ਸਿੱਖੋ ਵਧਾਈਆਂ ਹੋਣ। ਕਹਿਣ ਲੱਗੇ, ਮਹਾਰਾਜ ਕਿਸ਼ਤੀਆਂ? ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਸੱਚਖੰਡ ਗਮਨ ਕਰ ਗਏ ਨੇ। ਕਹਿਣ ਲੱਗੇ, ਮਹਾਰਾਜ ਮੌਤ ਤੇ ਵਧਾਈਆਂ? ਮਹਾਰਾਜ ਸਾਹਿਬ ਕਹਿੰਦੇ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਸੇਵਾ ਕੀਤੀ ਹੋਵੇ, ਬੰਦਗੀ ਦਾ ਆਨੰਦ ਮਾਣਿਆ ਹੋਵੇ, ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਦਾ ਆਨੰਦ ਮਾਣਿਆ ਹੋਵੇ, ਗੋਦ ਦਾ ਨਿੱਘ ਮਾਣਿਆ ਹੋਵੇ, ਉਹਨਾਂ ਦੇ ਮੌਤ 'ਤੇ ਵੀ ਵਧਾਈਆਂ ਮਿਲਦੀਆਂ ਨੇ। ਜਿਸ ਨੂੰ ਮਹਾਰਾਜ ਕਹਿੰਦੇ ਨੇ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਭਾਈ ਗੁਰਦਾਸ ਕਹਿੰਦੇ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਉਹਨਾਂ ਨੂੰ ਵੱਡੇ ਆਨੰਦ, ਵੱਡੇ ਖੇੜੇ ਦੀ ਦਾਤ ਮਿਲ ਜਾਂਦੀ ਹੈ। ਹੋਵੇ ਆਨੰਦ ਘਣਾ, ਬੇਅੰਤ ਭਾਈ ਉਹਨਾਂ ਨੂੰ ਆਨੰਦ ਦੀ ਦਾਤ ਪ੍ਰਾਪਤ ਹੁੰਦੀ ਹੈ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਾਣਾ। ਫਿਰ ਮਹਾਰਾਜ ਕਹਿੰਦੇ, ਜਿਹੜੇ ਸੰਤ ਨੇ, ਮਹਾਤਮਾ ਨੇ, ਉਹਨਾਂ ਦੀ ਸੰਗਤ ਵਿੱਚ ਬੈਠ, ਉਹਨਾਂ ਦੀ ਸੰਗਤ ਵਿੱਚ ਬੈਠ ਕਰਕੇ ਨਾਮ ਦੀ ਦਾਤ ਪ੍ਰਾਪਤ ਕਰ। ਫਿਰ ਆਪਣੀ ਜੀਭਾ ਦੇ ਨਾਲ ਨਾਮ ਨੂੰ ਪਣਾ ਪਾਈ ਕਹਿਣਾ ਕਰ, ਉਚਾਰਨਾ ਕਰ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹਿ ਗਣਾ। ਫਿਰ ਮਹਾਰਾਜ ਸਾਹਿਬ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਭਾਈ ਆਪਣੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ, ਪ੍ਰਭੂ ਨੂੰ ਪਾ ਲੈਣਾ ਕੀਤਾ ਹੈ, ਆਏ ਤਿਸਹਿ ਗਣਾ। ਤੇ ਮਹਾਰਾਜ ਕਹਿੰਦੇ, ਭਾਈ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ ਹੈ। ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿਨੀ ਤੇ ਆਇਆ। ਜਿਨ੍ਹਾਂ ਨੇ ਇੱਕ ਮਨ ਹੋ ਕਰਕੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਗਿਆ ਹੈ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਮਹਾਰਾਜ ਸਾਹਿਬ ਕਹਿੰਦੇ, ਉਸ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇੱਕ ਖਿਨ ਮਾਤਰ ਵੀ ਜਿਹੜਾ ਜਿਉਣਾ ਹੈ, ਉਹਨਾਂ ਦਾ ਭਾਈ ਜੀਵਨ ਜਿਹੜਾ ਹੈ ਵਿਅਰਥ ਚਲਾ ਜਾਂਦਾ ਹੈ। ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਭਾਈ ਬਰਬਾਦ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਬਣਾ। ਹੁਣ ਮਹਾਰਾਜ ਸਾਹਿਬ ਇਹ ਕਿਰਪਾ ਕਰਦੇ ਨੇ ਕਿ ਉਹ ਪਰਮਾਤਮਾ ਜੀ ਕਿੱਥੇ ਕਿੱਥੇ ਸੁਭਾਏਮਾਨ ਨੇ। ਮਹਾਰਾਜ ਕਹਿੰਦੇ, ਉਹ ਪਾਣੀ ਦੇ ਵਿੱਚ ਵੀ ਬੈਠਾ ਹੈ, ਥਲ ਨਾਮ ਧਰਤੀ ਦੇ ਵਿੱਚ ਵੀ ਬੈਠਾ ਹੈ, ਮਹੀਅਲ ਨਾਮ ਆਕਾਸ਼ ਦਾ ਹੈ, ਆਕਾਸ਼ ਦੇ ਅੰਦਰ ਵੀ ਪਰਮਾਤਮਾ ਬੈਠਾ ਹੈ। ਜਿਸ ਨੂੰ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਨੇ, ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾੜ ਹੈ, ਨਾ ਕਾਟ ਬਾੜ ਹੋਤ ਹੈ। ਜਿਸ ਨੂੰ ਮਹਾਰਾਜ ਸਾਹਿਬ ਕਹਿੰਦੇ ਨੇ, ਜਲ ਥਲ ਮਹੀਅਲ ਪਰਪੁਰ ਲੀਣਾ, ਕਟ ਕਟ ਜੋਤ ਤੁਮਾਰੀ। ਕਲਗੀਧਰ ਪਿਤਾ ਮਹਾਰਾਜ ਕਹਿੰਦੇ ਨੇ, ਸਭ ਘਟ ਘਟ ਹੈ ਰਾਮਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹਿ ਨਾ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹਿ ਵਿਛੜੈ ਸੋ ਸੰਗੀ ਗਨੀਐ। ਤੇ ਮਹਾਰਾਜ ਕਹਿੰਦੇ, ਉਹ ਪਾਣੀ ਦੇ ਵਿੱਚ ਹੈ, ਧਰਤੀ ਦੇ ਵਿੱਚ ਹੈ, ਆਕਾਸ਼ ਦੇ ਵਿੱਚ ਹੈ, ਰਵਿਆ ਵਿੱਚ ਵਣਾ। ਵਣਾ ਨਾਮ ਹੁੰਦਾ ਹੈ ਕੱਖਾਂ ਦਾ, ਕੱਖਾਂ ਦੇ ਵਿੱਚ ਵੀ ਉਹ ਪਰਮਾਤਮਾ ਰਮਿਆ ਹੋਇਆ ਹੈ। ਜਿਸ ਨੂੰ ਭਗਤ ਨਾਮਦੇਵ ਜੀ ਕਹਿੰਦੇ ਨੇ, ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਭਗਤ ਨਾਮਦੇਵ ਕਹਿੰਦੇ, ਐਸੀ ਕੋਈ ਧਰਤੀ ਨਹੀਂ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਉਹ ਪ੍ਰਭੂ ਪਰਮਾਤਮਾ ਸਾਰੇ ਪਾਸੇ ਪਰਿਪੂਰਨ ਹੈ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਐਸਾ ਜਿਹੜਾ ਪ੍ਰਭੂ ਜੋ ਸਾਰੇ ਪਾਸੇ ਪਰਿਪੂਰਨ ਹੈ, ਸੋ ਪ੍ਰਭ ਚਿਤ ਨ ਆਵਈ। ਜਿਨ੍ਹਾਂ ਜੀਵਾਂ ਨੂੰ ਉਹ ਪ੍ਰਭੂ, ਉਹ ਵਾਹਿਗੁਰੂ ਜੀ ਚੇਤੇ ਨਹੀਂ ਆਉਂਦਾ, ਕਿਤੜਾ ਦੁੱਖ ਗਣਾ। ਮਹਾਰਾਜ ਕਹਿੰਦੇ, ਇੰਨਾ ਦੁੱਖ ਉਹਨਾਂ ਨੂੰ ਪੈ ਜਾਂਦਾ ਹੈ ਕਿ ਉਹ ਦੁੱਖ ਦੀ ਜਿਹੜੀ ਹੈ ਗਿਣਤੀ ਨਹੀਂ ਹੋ ਸਕਦੀ। ਜਿਸ ਨੂੰ ਮਹਾਰਾਜ ਸਾਹਿਬ ਕਹਿੰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ।
ਮਹਾਰਾਜ ਕਹਿੰਦੇ ਜਿਹੜੇ ਜੀਵ ਪ੍ਰਮਾਤਮਾ ਤੋਂ ਵਿਛੜ ਜਾਂਦੇ ਨੇ, ਨਾਮ ਤੋਂ ਵਿਛੜ ਜਾਂਦੇ ਨੇ, ਕਿਤੜਾ ਦੁੱਖ ਗਣਾ, ਬੇਅੰਤ ਦੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਫਿਰ ਮਹਾਰਾਜ ਕਹਿੰਦੇ ਉਹ ਦੁੱਖ ਦੀ ਗਿਣਤੀ ਵੀ ਨਹੀਂ ਹੋ ਸਕਦੀ ਹੈ। ਜਿਨੇ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਾਣਾ। ਫਿਰ ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਜੀਵਾਂ ਨੇ ਉਸ ਪ੍ਰਭੂ ਨੂੰ ਰਾਵਿਆ ਨਾਮ ਉਚਾਰਿਆ ਹੈ, ਪ੍ਰਭੂ ਦੇ ਨਾਮ ਨੂੰ ਜਪਣਾ ਕੀਤਾ ਹੈ, ਤਿੰਨਾ ਭਾਗ ਮਣਾ। ਫਿਰ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਮੱਥੇ ਦੇ ਭਾਗ ਜਿਹੜੇ ਨੇ ਮਣਾ ਸ਼੍ਰੋਮਣੀ ਨੇ, ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਦੀ ਇਬਾਦਤ ਕੀਤੀ ਹੈ। ਜਿਸ ਨੂੰ ਮਹਾਰਾਜ ਸਾਹਿਬ ਕਹਿੰਦੇ ਨੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਚਿਆ ਸੇਈ ਗੰਭੀਰ ਅਪਾਰ ਜੀਓ। ਮਹਾਰਾਜ ਕਹਿੰਦੇ ਬਹੁਤ ਸੁੰਦਰ ਨੇ ਜਿਹੜੇ ਗੁਰੂ ਕੀ ਸੰਗਤ ਵਿੱਚ ਬੈਠਦੇ ਨੇ, ਨਾਮ ਨੂੰ ਜਪਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਤਿੰਨਾਂ ਭਾਗ ਮਣਾ। ਭਾਈ ਉਹਨਾਂ ਦੇ ਬਹੁਤ ਉੱਚੇ ਬਹੁਤ ਵੱਡੇ ਭਾਗ ਹਨ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਾਨਾ। ਫਿਰ ਜਗਿਆਸੂ ਬੇਨਤੀ ਕਰਦਾ ਹੈ, ਸਿੱਖ ਦੀ ਵੀ ਅਰਦਾਸ ਹੈ, ਮਹਾਰਾਜ ਉਸ ਵਾਹਿਗੁਰੂ ਉਸ ਹਰੀ ਦੇ ਦਰਸ਼ਨਾਂ ਨੂੰ ਮੇਰਾ ਜਿਹੜਾ ਮਨ ਹੈ ਲੋਚਦਾ ਚਾਹੁੰਦਾ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਤੂੰ ਚਾਉ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਮਹਾਰਾਜ ਜਦੋਂ ਤੁਹਾਡੇ ਦੀਦਾਰ ਹੋ ਜਾਂਦੇ ਨੇ, ਦਰਸ਼ਨ ਹੋ ਜਾਂਦੇ ਨੇ, ਜਨਮ ਜਨਮਾਂਤਰਾਂ ਦੇ ਦੁੱਖ ਖਤਮ ਹੋ ਜਾਂਦੇ ਨੇ। ਜਨਮ ਜਨਮਾਂਤਰਾਂ ਦੀ ਮੈਲ ਜਿਹੜੀ ਹੈ ਖਤਮ ਹੋ ਜਾਂਦੀ ਹੈ। ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ। ਆਪ ਜੀ ਦੇ ਦਰਸ਼ਨ ਕਰਕੇ ਜਨਮ ਜਨਮਾਂਤਰਾਂ ਦਾ ਵਿਜੋਗ ਜਿਹੜਾ ਹੈ ਤੁਹਾਡੇ ਨਾਲ ਪਿਆ ਹੋਇਆ ਦੂਰ ਹੋ ਜਾਂਦਾ ਹੈ। ਜਨਮ ਅਤੇ ਮਰਨ ਦਾ ਵਿਜੋਗ ਦੂਰ ਹੋ ਜਾਂਦਾ ਹੈ। ਆਪ ਜੀ ਦੇ ਦਰਸ਼ਨਾਂ ਦੇ ਵਿੱਚ ਐਡੀ ਵੱਡੀ ਤਾਕਤ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤਨ ਵੀ ਮਨ ਵੀ ਜਿਹੜਾ ਹੈ ਸ਼ਾਂਤ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ। ਇਸ ਕਰਕੇ ਹਰ ਦਰਸ਼ਨ ਕਉ ਮਨ ਲੋਚਦਾ। ਮਹਾਰਾਜ ਆਪ ਜੀ ਦੇ ਦਰਸ਼ਨਾਂ ਨੂੰ ਮੇਰਾ ਜਿਹੜਾ ਮਨ ਹੈ ਚਾਹੁੰਦਾ ਹੈ। ਨਾਨਕ ਪਿਆਸ ਮਨਾ। ਫਿਰ ਮਹਾਰਾਜ ਮਣਾ ਮੋਹੀ ਜਿਹੜੀ ਤੇ ਹੈ, ਪਿਆਸ ਹੈ ਤੁਹਾਡੇ ਦਰਸ਼ਨਾਂ ਦੀ ਲੱਗੀ ਹੋਈ ਹੈ। ਐਸੀ ਤੇ ਲੱਗੀ ਹੈ ਕਿ ਤੁਹਾਡੇ ਦਰਸ਼ਨ ਤੋਂ ਬਿਨਾਂ ਹੁਣ ਮਹਾਰਾਜ ਰਿਹਾ ਹੀ ਨਹੀਂ ਜਾਂਦਾ। ਹੁਣ ਤੇ ਐਸੀ ਅਵਸਥਾ ਬਣ ਚੁੱਕੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਮਹਾਰਾਜ ਜਦੋਂ ਅਸੀਂ ਆਪ ਜੀ ਦੇ ਦਰਸ਼ਨ ਨਹੀਂ ਨਾ ਕਰਦੇ ਤੇ ਉਦੋਂ ਇੱਕ ਘੜੀ ਵੀ ਬਹੁਤ ਵੱਡੀ ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕਲਯੁਗ ਆ ਗਿਆ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਪਿਆਸ ਮਣਾ। ਮਣਾ ਮੁਹੀ ਜਿਹੜੀ ਪਿਆਸ ਹੈ ਤੁਹਾਡੇ ਦਰਸ਼ਨਾਂ ਦੀ ਗਰੀਬ ਨਵਾਜ਼ ਲੱਗੀ ਹੋਈ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਚੇਤ ਦੇ ਮਹੀਨੇ ਦੀ ਸਮਾਪਤੀ ਕਰਦਿਆਂ ਕਿਰਪਾ ਕਰਦੇ ਨੇ। ਚੇਤ ਮਿਲਾਏ ਸੋ ਪ੍ਰਭੂ, ਚੇਤ ਦੇ ਮਹੀਨੇ ਅੰਦਰ ਜਿਹੜੇ ਜੀਵ ਉਸ ਪ੍ਰਭੂ ਦੇ ਨਾਲ ਮਿਲਦੇ ਨੇ, ਪ੍ਰਭੂ ਦੇ ਨਾਲ ਮਿਲਾਪ ਕਰਾਉਂਦੇ ਨੇ, ਮਹਾਰਾਜ ਕਹਿੰਦੇ ਤਿਸ ਕੈ ਪਾਏ ਲੱਗਾ, ਉਹਦੇ ਪਾਈ ਪਾਏ ਚਰਨੀ ਲੱਗਾ ਨਾਮ ਲੱਗਣਾ ਕਰ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ ਜੈਸਰੀ ਰਾਗ ਦੇ ਅੰਦਰ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਮਹਾਰਾਜ ਕਹਿੰਦੇ ਐਸਾ ਕੋਈ ਪ੍ਰਾਣੀ ਹੈ, ਮਹਾਤਮਾ ਜਨ ਹੈ, ਜੋ ਜੀਵਾਂ ਨੂੰ ਪ੍ਰਭੂ ਦੇ ਨਾਲ ਜੋੜਨਾ ਕਰੇ। ਜਿਹੜਾ ਜੋੜਦਾ ਹੈ, ਚਰਨ ਗਾਹੋ ਉਹਦੇ ਚਰਨਾਂ ਨੂੰ ਫੜਦਾ ਹਾਂ, ਬਕੋ ਸੁਭ ਰਚਨਾ ਜੀਭਾ ਦੇ ਨਾਲ ਵਡਿਆਈ ਕਰਦਾ ਹਾਂ, ਦੀਜੈ ਪ੍ਰਾਨ ਅਕੋਰ ਮੈਂ ਆਪਣੇ ਸਵਾਸ ਵੀ ਉਹਦੇ ਚਰਨਾਂ ਦੇ ਅੰਦਰ ਪੇਟਾ ਕਰਦਾ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਚੇਤ ਦੇ ਮਹੀਨੇ ਅੰਦਰ ਜਿਹੜੇ ਜੀਵ ਪ੍ਰਭੂ ਦੇ ਨਾਲ ਜੋੜਦੇ ਨੇ ਉਹਨਾਂ ਦੇ ਚਰਨੀ ਲੱਗਣਾ ਕਰੋ। ਸਭ ਤੋਂ ਵੱਡੇ ਕੌਣ ਨੇ? ਗੁਰੂ ਹੈ, ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ,
ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਹਰ ਸੰਗਰਾਂਦ ਦੇ ਦਿਹਾੜੇ ਤੇ ਮਹਾਂਪੁਰਖਾਂ ਦੇ ਸਥਾਨਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਪੰਜ ਪਿਆਰੇ ਸਹਿਬਾਨ ਪਹੁੰਚ ਚੁੱਕੇ ਹਨ। ਸੋ ਜਿਨ੍ਹਾਂ ਨੇ ਭਾਈ ਅਜੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕਿਉਂਕਿ ਕਲਗੀਧਰ ਪਿਤਾ ਨੇ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਦੇ ਲੜ ਲੱਗ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਹਾਂ ਤੋਂ ਸਮਤ ਬਖਸ਼ਣੀ ਜੀ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਿਆਰ, ਜੀਉ ਪਿੰਡ ਸਭ ਤੇਰੀ।